ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਸਮੇਂ ਅੰਦਰ ਬਹੁਤ ਲੋਕ, ਚਾਹੇ ਉਹ ਸਿੱਖ ਧਰਮ ਦੇ ਹਨ ਜਾਂ ਫਿਰ ਕਿਸੇ ਹੋਰ ਧਰਮ ਦੇ, ਰੱਬ ਦੀ ਪ੍ਰਤੱਖ ਵਰਤਦੀ ਸ਼ਕਤੀ ਤੇ ਵੀ ਨੁਕਤਾਚੀਨੀ ਕਰਦੇ ਹਨ। ਭਾਵੇਂ ਬਹੁਤ ਲੋਕ ਰੱਬ ਨੂੰ ਮੰਨਦੇ ਹਨ, ਪਰ ਫਿਰ ਵੀ ਕੁਝ ਗੱਲਾਂ ਬਾਰੇ ਸੁਣ ਕੇ ਹਰ ਇੱਕ ਇਨਸਾਨ ਆਮ ਹੀ ਇਹ ਕਹਿ ਦਿੰਦਾ ਹੈ ਕਿ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ। ਬਾਬਾ ਆਨੰਦ ਸਿੰਘ ਜੀ ਬਚਨ ਕਰਿਆ ਕਰਦੇ ਸਨ, ਭਾਈ ਗੁਰੂ ਸਾਹਿਬਾਂ ਵਿੱਚ 10 ਗੁਰੂ ਸਾਹਿਬਾਨ ਦੀ ਸ਼ਕਤੀ ਅੱਜ ਵੀ ਵਰਤਦੀ ਹੈ। ਬਸ ਫਰਕ ਸਿਰਫ ਇਤਨਾ ਹੈ ਕਿ ਸ਼ਰਧਾ ਭਾਵਨਾ ਵਾਲਿਆਂ ਨੂੰ ਪਾਤਸ਼ਾਹ ਆਪ ਪ੍ਰਤੱਖ ਹੋ ਕੇ ਸ਼ਕਤੀ ਦਿਖਾ ਦਿੰਦੇ ਹਨ ਤੇ ਸ਼ਰਧਾਹੀਣੇ ਕਿੰਤੂ ਪ੍ਰੰਤੂ ਕਰਨ ਵਾਲੇ ਲੋਕ ਗੁਰੂ ਕੀ ਬਖਸ਼ਿਸ਼ ਤੋਂ ਸੱਖਣੇ ਰਹਿ ਜਾਂਦੇ ਹਨ। ਇੱਕ ਵਾਰ ਦਾ ਜ਼ਿਕਰ ਹੈ, ਇੱਕ ਬਹੁਤ ਵੱਡਾ ਜੈਲਦਾਰ ਸੀ, ਅਮੀਰ ਇਤਨਾ ਕਿ ਕੋਈ ਹੱਦ ਹੀ ਨਹੀਂ ਸੀ। ਉਸ ਕੋਲ 25 ਏਕੜ ਜ਼ਮੀਨ ਸੀ, ਨੌਕਰ ਚਾਕਰ ਬੇਅੰਤ ਮਾਇਆ ਸੀ। ਪਰ ਸਮਾਂ ਐਸਾ ਹੋਇਆ ਕਿ ਉਹਨਾਂ ਦੇ ਘਰ ਕੋਈ ਔਲਾਦ ਨਾ ਹੋਈ। ਘਰ ਦਾ ਬਜ਼ੁਰਗ ਫਿਕਰਾਂ ਦੇ ਵਿੱਚ ਹੀ ਸਰੀਰ ਛੱਡ ਗਿਆ ਕਿ ਸਾਡੇ ਕੋਲ ਇੰਨੀ ਜ਼ਮੀਨ ਜਾਇਦਾਦ ਹੈ, ਪਰ ਮੇਰੇ ਕੋਈ ਪੋਤਰਾ ਨਹੀਂ ਹੋਇਆ। ਇਹ ਕੀ ਗੱਲ ਬਣ ਗਈ? ਉਹ ਬਜ਼ੁਰਗ ਐਸੇ ਫਿਕਰ ਵਿੱਚ ਹੀ ਮਰ ਗਿਆ। ਉਸ ਦਾ ਮੁੰਡਾ ਜੋ ਜੈਲਦਾਰ ਸੀ, ਉਸ ਨੂੰ ਵੀ ਫਿਕਰ ਹੋਣ ਲੱਗੀ ਕਿ ਕੋਈ ਬੱਚਾ ਨਹੀਂ ਹੋ ਰਿਹਾ। ਹੁਣ ਸਾਰੇ ਲੋਕ ਜੈਲਦਾਰ ਨੂੰ ਕੋਈ ਕੁਝ ਦੱਸਦਾ ਹੈ, ਕੋਈ ਕੁਝ ਦੱਸਦਾ ਹੈ। ਜਿੱਥੇ ਕੋਈ ਉਸ ਨੂੰ ਮੱਥਾ ਟੇਕਣ ਲਈ ਕਹਿੰਦਾ ਹੈ, ਉਹ ਉੱਥੇ ਹੀ ਮੱਥਾ ਟੇਕਦਾ ਹੈ, ਧੂਪ ਦੀਪ ਜਗਾਉਂਦਾ ਹੈ। ਇੱਕ ਔਲਾਦ ਦੇ ਸੁੱਖ ਦੀ ਖਾਤਰ ਬੰਦਾ ਸਭ ਕੁਝ ਕਰਨ ਲਈ ਤਿਆਰ ਹੋ ਜਾਂਦਾ ਹੈ। ਬਹੁਤ ਸਮਾਂ ਉਹ ਜੈਲਦਾਰ ਆਪਣੀ ਪਤਨੀ ਨੂੰ ਲੈ ਕੇ ਕਦੇ ਕਿਤੇ ਜਾਂਦਾ ਰਿਹਾ। 30-35 ਸਾਲ ਉਹਨਾਂ ਨੂੰ ਘੁੰਮਦਿਆਂ ਹੋ ਗਏ, ਪਰ ਉਹਨਾਂ ਨੂੰ ਕਿਤੋਂ ਖੈਰ ਨਾ ਪਈ। ਘਰ ਕੋਈ ਔਲਾਦ ਨਾ ਹੋਈ। ਹੁਣ ਦੋਹਾਂ ਦੀ ਉਮਰ ਵੀ 50 ਸਾਲ ਦੇ ਆਸ-ਪਾਸ ਹੋ ਗਈ। ਹੁਣ ਤਾਂ ਉਹਨਾਂ ਨੇ ਬੱਚੇ ਦੀ ਆਸ ਹੀ ਛੱਡ ਦਿੱਤੀ। ਮਨ ਵਿੱਚ ਇਹੀ ਸੋਚ ਲਿਆ ਕਿ ਮੇਰੇ ਕਰਮਾਂ ਵਿੱਚ ਔਲਾਦ ਦਾ ਸੁੱਖ ਨਹੀਂ। ਜੈਲਦਾਰ ਦੇ ਮਨ ਨੂੰ ਇੰਨੀ ਅਸ਼ਾਂਤੀ ਤੇ ਬੇਚੈਨੀ ਹੋ ਗਈ ਕਿ ਉਹ ਰੱਬ ਤੋਂ ਵੀ ਮੁਨਕਰ ਹੋ ਗਿਆ। ਕਹਿਣ ਲੱਗਾ, ਕਿਤੇ ਕੋਈ ਰੱਬ ਨਹੀਂ ਹੁੰਦਾ, ਕੋਈ ਸਾਧ ਸੰਤ ਨਹੀਂ ਹੁੰਦੇ, ਮੈਂ ਨਹੀਂ ਕਿਸੇ ਨੂੰ ਮੰਨਦਾ। ਹੁਣ ਰੱਬ ਤੋਂ ਟੁੱਟਿਆ ਉਹ ਰੱਜ ਕੇ ਸ਼ਰਾਬ ਪੀਣ ਲੱਗ ਪਿਆ। ਔਲਾਦ ਨਾ ਹੋਣ ਦੇ ਦੁੱਖ ਵਿੱਚ ਦਿਨ ਰਾਤ ਸ਼ਰਾਬ ਦੇ ਨਸ਼ੇ ਵਿੱਚ ਰਹਿਣ ਲੱਗ ਪਿਆ ਕਿ ਕੋਈ ਰੱਬ ਨਹੀਂ ਇਸ ਧਰਤੀ ਤੇ। ਹਰ ਸਮੇਂ ਉਹ ਜੈਲਦਾਰ ਰੱਬ ਦੀ ਨਿੰਦਿਆ ਕਰਦਾ ਰਹਿੰਦਾ। ਉਸ ਦੀ ਘਰਵਾਲੀ ਦੀ ਰੱਬ ਪ੍ਰਤੀ ਸ਼ਰਧਾ ਸੀ, ਪਰ ਪਤੀ ਦੇ ਸਾਹਮਣੇ ਬੇਵਸ ਹੋਣ ਕਾਰਨ ਉਹ ਵੀ ਕੁਝ ਨਹੀਂ ਬੋਲਦੀ ਸੀ। ਇੱਕ ਦਿਨ ਜੈਲਦਾਰ ਕਿਸੇ ਕੰਮ ਕਰਕੇ ਘਰੋਂ ਬਾਹਰ ਗਿਆ ਹੋਇਆ ਸੀ। ਉਸ ਦੀ ਘਰਵਾਲੀ ਘਰ ਸੀ। ਇੱਕ ਮਹਾਂਪੁਰਖ ਉਹਨਾਂ ਦੇ ਘਰ ਆ ਗਏ ਤੇ ਜੈਲਦਾਰ ਦੀ ਪਤਨੀ ਨੂੰ ਕਹਿਣ ਲੱਗੇ, ਮਾਤਾ ਲਿਆ ਕੋਈ ਸੇਵਾ, ਗੁਰੂ ਰਾਮਦਾਸ ਪਾਤਸ਼ਾਹ ਦੇ ਲੰਗਰ ਵਿੱਚ ਤੇਰੀ ਸੇਵਾ ਦਾ ਹਿੱਸਾ ਪਾਉਣਾ ਹੈ। ਜੋ ਵੀ ਘਰ ਵਿੱਚ ਆਟਾ ਦਾਲ ਕਣਕ ਮੱਕੀ ਹੈ, ਸ਼ਰਧਾ ਨਾਲ ਸੇਵਾ ਵਿੱਚ ਹਿੱਸਾ ਪਾ ਦਿਓ। ਉਹ ਔਰਤ ਮਹਾਂਪੁਰਖਾਂ ਨੂੰ ਹੱਥ ਜੋੜ ਕੇ ਬੇਨਤੀ ਕਰਨ ਲੱਗੀ, ਮਹਾਂਪੁਰਖੋ, ਸੇਵਾ ਤਾਂ ਜਿੰਨੀ ਚਾਹੇ ਲੈ ਜਾਓ, ਪਰ ਇੱਕ ਬੇਨਤੀ ਹੈ, ਇੱਥੋਂ ਆਪ ਜੀ ਜਲਦੀ ਚਲੇ ਜਾਓ। ਉਹ ਮਹਾਂਪੁਰਖ ਉਸ ਨੂੰ ਪੁੱਛਣ ਲੱਗੇ, ਮਾਤਾ ਕੀ ਕਾਰਨ ਹੈ? ਉਹ ਔਰਤ ਮਹਾਂਪੁਰਖਾਂ ਨੂੰ ਕਹਿਣ ਲੱਗੀ, ਸੰਤੋ, ਮੇਰੇ ਘਰ ਵਾਲਾ ਬਾਹਰ ਗਿਆ ਹੈ, ਉਹ ਘਰ ਵਾਪਸ ਆਉਣ ਵਾਲਾ ਹੈ। ਜੇ ਉਸ ਨੂੰ ਕਿਸੇ ਨੇ ਦੱਸ ਦਿੱਤਾ ਕਿ ਸੰਤ ਘਰ ਆਏ ਹਨ ਤਾਂ ਉਹ ਬਹੁਤ ਮੰਦੇ ਬੋਲ ਬੋਲੇਗਾ, ਕਿਉਂਕਿ ਉਹ ਦਿਨ ਰਾਤ ਸ਼ਰਾਬ ਪੀਂਦਾ ਹੈ ਤੇ ਸੰਤਾਂ ਸਾਧਾਂ ਨੂੰ ਬਿਲਕੁਲ ਨਹੀਂ ਮੰਨਦਾ। ਮਹਾਂਪੁਰਖੋ, ਤੁਸੀਂ ਜਲਦੀ ਚਲੇ ਜਾਓ, ਨਹੀਂ ਤਾਂ ਉਹ ਤੁਹਾਡੀ ਵੀ ਨਿਰਾਦਰੀ ਕਰੇਗਾ।
ਉਹ ਮਹਾਂਪੁਰਖ ਉਸ ਔਰਤ ਦੀਆਂ ਗੱਲਾਂ ਸੁਣ ਕੇ ਕਹਿਣ ਲੱਗੇ, ਨਾ ਮਾਤਾ, ਹੁਣ ਤਾਂ ਅਸੀਂ ਪ੍ਰਸ਼ਾਦਾ ਛਕ ਕੇ ਹੀ ਜਾਵਾਂਗੇ। ਲਿਆ ਮਾਤਾ, ਜੋ ਵੀ ਰੁੱਖਾ ਮਿੱਸਾ ਪ੍ਰਸ਼ਾਦਾ ਹੈ ਉਹ ਲੈ ਕੇ ਆ। ਉਸ ਮਾਤਾ ਨੇ ਜੋ ਵੀ ਤਿਆਰ ਸੀ ਗੰਢੇ, ਅਚਾਰ, ਲੱਸੀ ਨਾਲ ਸੰਤਾਂ ਨੂੰ ਪ੍ਰਸ਼ਾਦਾ ਛਕਾਇਆ। ਜਦੋਂ ਪ੍ਰਸ਼ਾਦਾ ਛਕਾਇਆ ਤਾਂ ਉਹ ਸੰਤ ਕਹਿਣ ਲੱਗੇ, ਮਾਤਾ, ਤੂੰ ਸਾਨੂੰ ਗੁਰੂ ਰਾਮਦਾਸ ਪਾਤਸ਼ਾਹ ਦੇ ਨਾਮ ਤੇ ਪ੍ਰਸ਼ਾਦਾ ਛਕਾਇਆ ਹੈ। ਦੱਸ ਮਾਤਾ, ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਵਿੱਚ ਤੇਰੀ ਕੀ ਅਰਦਾਸ ਕਰੀਏ? ਹੁਣ ਉਹ ਮਹਾਂਪੁਰਖਾਂ ਦੇ ਬਚਨ ਸੁਣ ਕੇ ਮਾਤਾ ਕਹਿਣ ਲੱਗੀ, ਮਹਾਂਪੁਰਖੋ, ਮੈਂ ਕੀ ਮੰਗਣਾ ਹੈ ਤੁਹਾਡੇ ਤੋਂ? ਅਸੀਂ ਤਾਂ ਸਭ ਥਾਂ ਜਾ ਕੇ ਦੇਖ ਲਿਆ। ਸਭ ਨੇ ਇੱਕੋ ਹੀ ਜਵਾਬ ਦੇ ਦਿੱਤਾ ਕਿ ਤੁਹਾਡੇ ਕਰਮਾਂ ਵਿੱਚ ਔਲਾਦ ਨਹੀਂ। ਜਦੋਂ ਮੇਰੇ ਕਰਮ ਹੀ ਮਾੜੇ ਹਨ, ਕਰਮਾਂ ਵਿੱਚ ਔਲਾਦ ਦਾ ਸੁੱਖ ਹੀ ਨਹੀਂ, ਫਿਰ ਤੁਸੀਂ ਕਾਹਦੀ ਅਰਦਾਸ ਕਰੋਗੇ? ਉਹ ਸੰਤ ਮਾਤਾ ਦੇ ਮੂੰਹ ਵੱਲ ਦੇਖ ਕੇ ਕਹਿੰਦੇ, ਮਾਤਾ, ਇਹ ਤਾਂ ਸੱਚ ਹੈ ਕਿ ਤੇਰੇ ਕਰਮਾਂ ਵਿੱਚ ਔਲਾਦ ਦਾ ਮੂੰਹ ਦੇਖਣਾ ਨਹੀਂ। ਤੇਰਾ ਮਸਤਕ ਕਹਿੰਦਾ ਹੈ ਕਿ ਤੇਰੇ ਕਰਮਾਂ ਵਿੱਚ ਔਲਾਦ ਦਾ ਸੁੱਖ ਨਹੀਂ। ਪਰ ਮਾਤਾ, ਤੂੰ ਸਾਨੂੰ ਗੁਰੂ ਰਾਮਦਾਸ ਪਾਤਸ਼ਾਹ ਦੇ ਨਾਮ ਤੇ ਸੇਵਾ ਪਾਈ ਹੈ, ਪ੍ਰਸ਼ਾਦਾ ਛਕਾਇਆ ਹੈ। ਤੇਰੀ ਸੇਵਾ ਬਿਰਥੀ ਨਹੀਂ ਜਾਂਦੀ। ਅਸੀਂ ਤਾਂ ਗੁਰੂ ਰਾਮਦਾਸ ਪਾਤਸ਼ਾਹ ਨੂੰ ਅਰਦਾਸ ਕਰ ਦੇਣੀ ਹੈ ਕਿ ਤੇਰੇ ਘਰੇ ਪੁੱਤਰ ਹੋ ਜਾਵੇ। ਔਲਾਦ ਦਾ ਮੂੰਹ ਵੇਖੇ ਜਾਂ ਨਾ ਵੇਖੇ, ਇਹ ਤੇਰੇ ਕਰਮਾਂ ਦੀ ਗੱਲ ਹੈ। ਉਹ ਮਹਾਂਪੁਰਖ ਇੰਨਾ ਬਚਨ ਕਰਕੇ ਚਲੇ ਗਏ। ਪਰ ਦੇਖੋ, ਗੁਰੂ ਰਾਮਦਾਸ ਪਾਤਸ਼ਾਹ ਦੀ ਐਸੀ ਸ਼ਕਤੀ ਵਰਤੀ। ਕੁਝ ਕੁ ਮਹੀਨਿਆਂ ਬਾਅਦ ਉਸ ਮਾਤਾ ਨੂੰ ਇੰਜ ਮਹਿਸੂਸ ਹੋਇਆ ਕਿ ਮੇਰੇ ਔਲਾਦ ਹੋ ਸਕਦੀ ਹੈ। ਉਸ ਮਾਤਾ ਨੇ ਜੈਲਦਾਰ ਨੂੰ ਕਿਹਾ ਕਿ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਆਪਣੇ ਬੱਚਾ ਹੋ ਸਕਦਾ ਹੈ। ਆਪਾਂ ਇੱਕ ਵਾਰ ਜ਼ਰੂਰ ਟੈਸਟ ਕਰਵਾ ਲਈਏ। ਉਹਨਾਂ ਨੇ ਹਸਪੀਟਲ ਜਾ ਕੇ ਚੈੱਕਅਪ ਕਰਵਾ ਲਿਆ। ਰਿਪੋਰਟ ਪੋਜ਼ਿਟਿਵ ਆ ਗਈ। ਹੁਣ ਉਸ ਜੈਲਦਾਰ ਦੇ ਘਰ ਵਿੱਚ ਬਹੁਤ ਖੁਸ਼ੀ ਹੋਈ ਕਿ ਇੰਨੇ ਸਮੇਂ ਬਾਅਦ ਘਰ ਵਿੱਚ ਬੱਚਾ ਹੋਣਾ ਹੈ। ਸਾਰੇ ਰਿਸ਼ਤੇਦਾਰ ਅਤੇ ਹੋਰ ਆਸ-ਪਾਸ ਸਭ ਨੂੰ ਪਤਾ ਲੱਗ ਗਿਆ ਅਤੇ ਲੱਗੇ ਘਰ ਵਿੱਚ ਖੁਸ਼ੀ ਮਨਾਉਣ। ਸਮਾਂ ਪਿਆ। ਜਦੋਂ ਬੱਚੇ ਦੇ ਜਨਮ ਦਾ ਸਮਾਂ ਨੇੜੇ ਆ ਗਿਆ ਤਾਂ ਉਸ ਔਰਤ ਨੇ ਇੱਕ ਦਿਨ ਜੈਲਦਾਰ ਨੂੰ ਕੋਲ ਬੁਲਾ ਕੇ ਕਿਹਾ, ਜੀ ਮੈਂ ਇੱਕ ਗੱਲ ਤੁਹਾਨੂੰ ਦੱਸਣਾ ਚਾਹੁੰਦੀ ਹਾਂ। ਜੈਲਦਾਰ ਕਹਿੰਦਾ, ਦੱਸ। ਉਹ ਮਾਤਾ ਕਹਿੰਦੀ, ਇੱਕ ਦਿਨ ਅਚਾਨਕ ਇੱਕ ਮਹਾਂਪੁਰਖ ਆਪਣੇ ਘਰ ਆ ਗਏ ਸਨ। ਮੈਂ ਉਹਨਾਂ ਨੂੰ ਗੁਰੂ ਰਾਮਦਾਸ ਪਾਤਸ਼ਾਹ ਦੇ ਨਾਮ ਤੇ ਪ੍ਰਸ਼ਾਦਾ ਛਕਾਇਆ ਸੀ। ਮੈਨੂੰ ਉਹ ਬਚਨ ਕਰਕੇ ਗਏ ਸਨ, ਇਸ ਲਈ ਆਪਣੇ ਘਰ ਔਲਾਦ ਹੋਣ ਵਾਲੀ ਹੈ। ਪਰ ਇੱਕ ਬਚਨ ਉਹ ਹੋਰ ਕਰ ਗਏ ਸਨ ਕਿ ਤੂੰ ਔਲਾਦ ਦਾ ਮੂੰਹ ਵੇਖੇ ਨਾ ਵੇਖੇ, ਤੇਰੇ ਘਰ ਔਲਾਦ ਹੋਵੇਗੀ ਜ਼ਰੂਰ। ਉਹ ਜੈਲਦਾਰਨੀ ਜੈਲਦਾਰ ਨੂੰ ਕਹਿੰਦੀ, ਮੈਨੂੰ ਲੱਗਦਾ ਹੈ ਕਿ ਜਦੋਂ ਬੱਚੇ ਦਾ ਜਨਮ ਹੋਣਾ ਹੈ, ਮੈਂ ਮਰ ਜਾਣਾ ਹੈ। ਉਹ ਜੈਲਦਾਰ ਕਹਿਣ ਲੱਗਾ, ਨਾ, ਇਸ ਤਰ੍ਹਾਂ ਨਹੀਂ ਕਹੀਦਾ ਹੁੰਦਾ। ਉਹ ਜੈਲਦਾਰਨੀ ਕਹਿੰਦੀ, ਮੇਰਾ ਮਨ ਇਸ ਤਰ੍ਹਾਂ ਕਹਿ ਰਿਹਾ ਹੈ, ਮੈਂ ਤੁਹਾਨੂੰ ਦੱਸ ਰਹੀ ਹਾਂ। ਜੇ ਮਹਾਂਪੁਰਖਾਂ ਦਾ ਉਹ ਬਚਨ ਸੱਚ ਹੋਇਆ ਹੈ ਤਾਂ ਇਹ ਵੀ ਸੱਚ ਹੋਣਾ ਹੈ। ਮੈਂ ਔਲਾਦ ਦਾ ਮੂੰਹ ਦੇਖਣ ਤੋਂ ਪਹਿਲਾਂ ਹੀ ਮਰ ਜਾਣਾ ਹੈ। ਜੈਲਦਾਰ ਨੂੰ ਸੁਣ ਕੇ ਦੁੱਖ ਹੋਇਆ ਤੇ ਕਿਹਾ, ਨਹੀਂ, ਇਸ ਤਰ੍ਹਾਂ ਨਹੀਂ ਸੋਚੀਦਾ ਹੁੰਦਾ। ਹੁਣ ਇੱਕ ਪਾਸੇ ਮਨ ਵਿੱਚ ਖੁਸ਼ੀ ਹੈ ਕਿ ਘਰ ਔਲਾਦ ਨੇ ਜਨਮ ਲੈਣਾ ਹੈ। ਉਸਨੇ ਇੱਕ ਸਿਆਣੀ ਦਾਈ ਨੂੰ ਘਰ ਵਿੱਚ ਰੱਖ ਲਿਆ ਤਾਂ ਕਿ ਹਰ ਸਮੇਂ ਜੈਲਦਾਰਨੀ ਦਾ ਉਹ ਖਿਆਲ ਰੱਖੇ ਤੇ ਉਸ ਨੂੰ ਕੁਝ ਵੀ ਨਾ ਹੋਵੇ ਤੇ ਬੱਚਾ ਵੀ ਨਿਰੋਗ ਪੈਦਾ ਹੋ ਜਾਵੇ। ਸਭ ਕੁਝ ਠੀਕ ਠਾਕ ਚੱਲ ਰਿਹਾ ਸੀ। ਜਦੋਂ ਬੱਚੇ ਦੇ ਜਨਮ ਦਾ ਸਮਾਂ ਆਇਆ, ਦਾਈ ਨੇ ਦੇਖਿਆ ਤੇ ਦੋਨੋਂ ਹੱਥ ਖੜੇ ਕਰ ਦਿੱਤੇ ਕਿ ਇਹ ਮੇਰੇ ਵੱਸ ਦੀ ਗੱਲ ਨਹੀਂ। ਬੱਚਾ ਪੁੱਠਾ ਹੋ ਗਿਆ ਹੈ। ਜਨਮ ਸਮੇਂ ਔਖਾ ਹੋਵੇਗਾ। ਤੁਸੀਂ ਇਸ ਨੂੰ ਹਸਪਤਾਲ ਲੈ ਜਾਓ। ਜੈਲਦਾਰ ਜਲਦੀ ਨਾਲ ਉਸ ਨੂੰ ਹਸਪਤਾਲ ਲੈ ਗਿਆ।
ਜਦੋਂ ਹਸਪੀਟਲ ਜਾ ਕੇ ਡਾਕਟਰਸ ਨੇ ਚੈੱਕ ਕੀਤਾ ਤਾਂ ਕਹਿਣ ਲੱਗੇ, ਇਸ ਨੂੰ ਤਾਂ 20-25 ਮਿੰਟ ਹੋ ਗਏ ਹਨ ਮਰੀ ਪਈ ਨੂੰ, ਇਹ ਤਾਂ ਰਸਤੇ ਵਿੱਚ ਹੀ ਮਰ ਗਈ। ਜੇਕਰ ਮਾਂ ਮਰ ਗਈ ਫਿਰ ਗਰਭ ਵਿੱਚ ਬੱਚੇ ਨੂੰ ਵੀ ਆਕਸੀਜਨ ਨਹੀਂ ਮਿਲਦੀ, ਉਹ ਵੀ ਮਰ ਗਿਆ ਹੋਣਾ ਹੈ। ਡਾਕਟਰਸ ਨੇ ਫਾਰਮੈਲਿਟੀ ਜਿਹੀ ਕੀਤੀ, ਚੈੱਕਅਪ ਕੀਤਾ ਤੇ ਜੈਲਦਾਰ ਨੂੰ ਜਵਾਬ ਦੇ ਦਿੱਤਾ ਕਿ ਇਸ ਵਿੱਚ ਕੁਝ ਨਹੀਂ ਹੈ, ਲੈ ਜਾਓ ਇਸ ਨੂੰ। ਜੈਲਦਾਰ ਉਸ ਨੂੰ ਘਰ ਲੈ ਆਇਆ। ਬਹੁਤ ਦੁਖੀ ਹੈ ਤੇ ਮਨ ਵਿੱਚ ਸੋਚਦਾ ਹੈ ਕਿ ਜੇਕਰ ਸੰਤਾਂ ਦੇ ਬਚਨਾਂ ਨਾਲ ਔਲਾਦ ਹੋਣੀ ਸੀ ਤੇ ਮੇਰੀ ਘਰਵਾਲੀ ਦਾ ਵੀ ਸਮਾਂ ਆ ਗਿਆ ਸੀ ਤਾਂ ਬੱਚਾ ਤਾਂ ਜ਼ਰੂਰ ਪੈਦਾ ਹੋਣਾ ਚਾਹੀਦਾ ਸੀ। ਇਹ ਕੈਸਾ ਸਮਾਂ ਬਣ ਗਿਆ। ਸੋਚੀ ਪੈ ਗਿਆ ਕਿ ਕੀ ਭੁੱਲ ਹੋ ਗਈ। ਘਰ ਲਿਆ ਕੇ ਆਪਣੀ ਜ਼ਮੀਨ ਵਿੱਚ ਘਰਵਾਲੀ ਲਈ ਚਿਖਾ ਤਿਆਰ ਕੀਤੀ। ਸਾਰੇ ਦੋਸਤ ਮਿੱਤਰ ਰਿਸ਼ਤੇਦਾਰ ਇਕੱਠੇ ਹੋ ਗਏ। ਚਿਖਾ ਤੇ ਲਾਸ਼ ਰੱਖ ਦਿੱਤੀ। ਉੱਪਰੋਂ ਲਾਸ਼ ਨੂੰ ਢੱਕ ਕੇ ਲਾਂਬੂ ਲਾ ਦਿੱਤਾ। ਅੱਗ ਦੀਆਂ ਲਾਟਾਂ ਨਿਕਲਣ ਲੱਗੀਆਂ। ਸਭ ਭੈਣ ਭਾਈ ਰਿਸ਼ਤੇਦਾਰ ਰੋ ਰਹੇ ਹਨ ਕਿ ਇਹ ਕੀ ਬਣਿਆ। ਆਉਣੀ ਤਾਂ ਘਰ ਵਿੱਚ ਖੁਸ਼ੀ ਸੀ, ਇਹ ਮਾਹੌਲ ਕੀ ਬਣ ਗਿਆ। ਗ੍ਰੰਥੀ ਸਿੰਘ ਕੋਲ ਹੀ ਕੀਰਤਨ ਸੋਹਲੇ ਦਾ ਪਾਠ ਕਰ ਰਿਹਾ ਸੀ। ਇੰਨੇ ਸਮੇਂ ਵਿੱਚ ਸਭ ਦੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਚਿਖਾ ਦੀਆਂ ਲੱਕੜਾਂ ਇੱਕਦਮ ਹੀ ਡਿੱਗਣ ਲੱਗੀਆਂ। ਅੱਗ ਦੇ ਸੇਕ ਨਾਲ ਜੈਲਦਾਰਨੀ ਦਾ ਪੇਟ ਫਟ ਗਿਆ ਅਤੇ ਉਹ ਬੱਚਾ ਅੱਗ ਦੇ ਵਿੱਚੋਂ ਬਾਹਰ ਡਿੱਗ ਪਿਆ। ਮਾਈਆਂ ਨੇ ਜਲਦੀ ਨਾਲ ਬੱਚਾ ਚੁੱਕ ਕੇ ਦੇਖਿਆ, ਸਾਫ਼ ਕੀਤਾ। ਬੱਚੇ ਦੇ ਸਾਹ ਚੱਲ ਰਹੇ ਸਨ। ਜਲਦੀ ਨਾਲ ਬੱਚੇ ਨੂੰ ਹਸਪੀਟਲ ਲੈ ਗਏ। ਚੈੱਕਅਪ ਕਰਵਾਇਆ, ਬੱਚਾ ਬਿਲਕੁਲ ਨਿਰੋਗ ਸੀ। ਜਿਸ ਦਿਨ ਜੈਲਦਾਰ ਦੀ ਪਤਨੀ ਦਾ ਭੋਗ ਸੀ, ਉਸ ਦਿਨ ਜੈਲਦਾਰ ਨੇ ਸਾਰੀ ਸੰਗਤ ਵਿੱਚ ਆਪ ਬੋਲ ਕੇ ਸਾਰੀ ਮਿੱਥਿਆ ਸੁਣਾਈ ਕਿ ਇਹ ਬੱਚਾ ਸਾਡੇ ਘਰ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਦੀ ਮਿਹਰ ਦਾ ਸਦਕਾ ਹੋਇਆ ਹੈ। ਅੱਜ ਭਾਵੇਂ ਮੇਰੀ ਪਤਨੀ ਨਾ ਰਹੀ, ਪਰ ਗੁਰੂ ਰਾਮਦਾਸ ਪਾਤਸ਼ਾਹ ਦੀ ਰਹਿਮਤ ਦਾ ਸਦਕਾ ਸਾਡੀ ਕੁੱਲ ਦਾ ਵੰਸ਼ ਸਾਨੂੰ ਪਾਤਸ਼ਾਹ ਨੇ ਬਖਸ਼ਿਆ ਹੈ। ਅਸੀਂ ਬੱਚੇ ਦੇ ਨਾਮ ਤੇ ਜ਼ਮੀਨ ਦਾਨ ਕਰਨੀ ਹੈ। ਜਿਸ ਨੂੰ ਲੋੜ ਹੈ ਉਹ ਫ੍ਰੀ ਇਸ ਜ਼ਮੀਨ ਤੇ ਆ ਕੇ ਵਸ ਸਕਦਾ ਹੈ। ਬੱਚੇ ਦੇ ਨਾਮ ਤੇ ਜ਼ਮੀਨ ਕੱਟ ਕੇ ਦਿੱਤੀ ਗਈ। ਅੱਜ ਵੀ ਉਸ ਪਿੰਡ ਦਾ ਨਾਮ ਸਿਵਿਆਂ ਵਾਲੀ ਪੱਤੀ ਹੈ, ਕਿਉਂ ਜੋ ਉਸ ਦਾ ਜਨਮ ਸਿਵਿਆਂ ਵਿੱਚ ਬਲਦੀ ਚਿਖਾ ਵਿੱਚੋਂ ਹੋਇਆ। ਸਾਧੂ ਬੋਲੇ ਸਹਿਜ ਸੁਭਾਏ, ਸਾਧੂ ਦਾ ਬੋਲਿਆ ਬਿਰਥਾ ਨਾ ਜਾਏ। ਪਰ ਕਿਹੜੇ ਸਾਧੂਆਂ ਦਾ ਬੋਲਿਆ ਬਿਰਥਾ ਨਹੀਂ ਜਾਂਦਾ। ਜਾ ਕਾ ਕਹਿਆ ਦਰਗਹਿ ਚੱਲੇ। ਦੇਖੋ, ਮਹਾਂਪੁਰਖਾਂ ਦੀ ਰਸਨਾ ਦਾ ਬਚਨ ਸੱਚ ਹੋ ਕੇ ਵਰਤਦਾ ਹੈ। ਸੰਤ ਮਹਾਂਪੁਰਖ ਆਪਣੀ ਵਡਿਆਈ ਨਹੀਂ ਕਰਵਾਉਂਦੇ, ਉਹ ਹਮੇਸ਼ਾ ਗੁਰੂ ਨੂੰ ਅੱਗੇ ਰੱਖਦੇ ਹਨ। ਗੁਰੂ ਸਾਹਿਬ ਵੀ ਫਿਰ ਉਹਨਾਂ ਦੀ ਵਡਿਆਈ ਵਿੱਚ ਬਚਨ ਕਰਦੇ ਹਨ। ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜੇਹਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।